सत श्री अकाल, नमस्कार सारिਆਂ ਨੂੰ। आई होप ऑल ऑफ यू आर स्टडिंग वेल। ਤਾਂ ਅੱਜ ਆਪਾਂ ਪੜਾਂਗੇ ਪੰਜਾਬ ਦੀਆਂ ਇੰਡਸਟਰੀਜ਼ ਦੇ ਬਾਰੇ, ਭਾਵ ਪੰਜਾਬ ਦੇ ਉਦਯੋਗਾਂ ਦੇ ਬਾਰੇ। ਤਾਂ ਇੰਡੀਪੈਂਡੈਂਸ ਦੇ ਟਾਈਮ ਤੇ ਪੰਜਾਬ ਦੇ ਵਿੱਚ ਕੁਝ 100 ਇੰਡਸਟਰੀਜ਼ ਹੀ ਸਨ। ਇੰਡੀਪੈਂਡੈਂਸ ਤੋਂ ਬਾਅਦ ਫੇਜ਼ਸ ਦੇ ਵਿੱਚ ਪੰਜਾਬ ਦੇ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਸ਼ੁਰੂ ਹੋਈ, ਜਿਵੇਂ ਕਿ 1950s ਦੇ ਵਿੱਚ ਜੋ ਪੰਜਾਬ ਵਾਲਾ ਦਹਾਕਾ ਸੀ ਉਸ ਦੇ ਵਿੱਚ ਸਾਈਕਲ ਇੰਡਸਟਰੀ ਦੀ ਸ਼ੁਰੂਆਤ ਹੋਈ ਅਤੇ ਉਸ ਤੋਂ ਬਾਅਦ 1960 ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਆਈ 60 ਵਾਲੇ ਦਹਾਕੇ ਦੇ ਵਿੱਚ, ਤਾਂ ਐਗਰੀਕਲਚਰ ਦੇ ਨਾਲ ਜੋ ਰਿਲੇਟਡ ਇੰਡਸਟਰੀਜ਼ ਸਨ ਉਹ ਇੱਥੇ ਸ਼ੁਰੂ ਹੋਈਆਂ, ਰਾਈਟ। ਅਤੇ 1970 ਵਾਲੇ ਦਹਾਕੇ ਦੇ ਵਿੱਚ ਇੱਥੇ ਆਈ ਇਲੈਕਟ੍ਰੋਨਿਕਸ ਇੰਡਸਟਰੀ ਐਂਡ ਸੋ ਔਨ। ਮਤਲਬ ਫੇਜ਼ਸ ਦੇ ਵਿੱਚ ਇੰਡਸਟਰੀਜ਼ ਦੀ ਗਰੋਥ ਇੱਥੇ ਹੁੰਦੀ ਗਈ, ਰਾਈਟ। ਤਾਂ ਹੁਣ ਆਪਾਂ ਇਹਨਾਂ ਇੰਡਸਟਰੀਜ਼ ਦੇ ਬਾਰੇ ਅੱਜ ਪੜਾਂਗੇ। ਸਭ ਤੋਂ ਪਹਿਲਾਂ ਬਾਈਸਾਈਕਲ ਇੰਡਸਟਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਡੀਆ ਦੀ ਜੋ ਸਭ ਤੋਂ ਪਹਿਲੀ ਬਾਈਸਾਈਕਲ ਕੰਪਨੀ ਸੀ ਐਟਲਸ ਸਾਈਕਲਸ, ਉਸਨੇ 1951 ਦੇ ਵਿੱਚ ਇੱਥੇ ਪੰਜਾਬ ਦੇ ਅਨਡਿਵਾਈਡਡ ਪੰਜਾਬ ਦੇ ਸੋਨੀਪਤ ਦੇ ਵਿੱਚ ਆਪਣੀ ਫੈਕਟਰੀ ਇਸਟੈਬਲਿਸ਼ ਕੀਤੀ, ਰਾਈਟ। ਅਤੇ ਉਸ ਤੋਂ ਬਾਅਦ ਆਏ ਆਪਣੇ ਹੀਰੋ ਸਾਈਕਲਸ। ਹੀਰੋ ਸਾਈਕਲਸ ਤਾਂ ਸਾਰਿਆਂ ਨੇ ਚਲਾਏ ਹੋਣਗੇ। ਤਾਂ ਹੀਰੋ ਸਾਈਕਲਸ 1956 ਦੇ ਵਿੱਚ ਲੁਧਿਆਣਾ ਦੇ ਵਿੱਚ ਉਹਨਾਂ ਨੇ ਆਪਣੀ ਫੈਕਟਰੀ ਜੋ ਹੈ ਸ਼ੁਰੂ ਕੀਤੀ ਐਂਡ 1989 ਤੱਕ ਇਹ ਹੀਰੋ ਸਾਈਕਲਸ ਜੋ ਸਨ, ਇਹਨਾਂ ਨੇ ਸਭ ਤੋਂ ਜ਼ਿਆਦਾ ਵਰਲਡ ਦੇ ਸਭ ਤੋਂ ਜ਼ਿਆਦਾ ਸਾਈਕਲ ਮੈਨੂਫੈਕਚਰਿੰਗ ਕਰਨ ਵਾਲੀ ਕੰਪਨੀ ਇਹ ਬਣ ਗਈ ਸੀ ਤੇ ਇਸ ਨੂੰ ਦਰਜ ਕੀਤਾ ਗਿਆ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਵਿੱਚ। ਤਾਂ ਇਹ ਤੁਸੀਂ ਯਾਦ ਰੱਖਣਾ ਹੈ, ਦਿਸ ਇਜ਼ ਇੰਪੋਰਟੈਂਟ, ਰਾਈਟ। ਤਾਂ ਉਸ ਤੋਂ ਬਾਅਦ ਆਪਾਂ ਟੈਕਸਟਾਈਲ ਇੰਡਸਟਰੀ ਦੀ ਜੇ ਗੱਲ ਕਰੀਏ ਤਾਂ ਸਾਰੇ ਹੀ ਜਾਣਦੇ ਹਾਂ ਆਪਾਂ ਲੁਧਿਆਣਾ ਜੋ ਹੈ ਹੌਜ਼ਰੀ ਸਟੱਫ ਦੇ ਲਈ ਬਹੁਤ ਮਸ਼ਹੂਰ ਹੈ। ਲੁਧਿਆਣਾ ਦਾ ਹੌਜ਼ਰੀ ਸਟੱਫ ਜੋ ਹੈ ਇਹ ਐਕਸਪੋਰਟ ਵੀ ਕੀਤਾ ਜਾਂਦਾ ਹੈ ਆਲ ਓਵਰ ਇੰਡੀਆ, ਤਾਂ ਇਹ ਮਸ਼ਹੂਰ ਹੈ ਹੀ, ਰਾਈਟ। ਤਾਂ ਲੁਧਿਆਣਾ ਦੇ ਵਿੱਚ ਸਭ ਤੋਂ ਪਹਿਲਾਂ 1903 ਦੇ ਟਾਈਮ ਤੇ ਹੌਜ਼ਰੀ ਸਟੱਫ ਦੀ ਸ਼ੁਰੂਆਤ ਹੋਈ ਸੀ ਐਂਡ ਸਭ ਤੋਂ ਪਹਿਲਾਂ ਇੱਥੇ ਵੂਲਨ ਸੌਕਸ ਨੂੰ ਮੈਨੂਫੈਕਚਰਿੰਗ ਕੀਤਾ ਜਾਣ ਲੱਗਿਆ ਸੀ, ਰਾਈਟ। ਤਾਂ ਲੁਧਿਆਣਾ ਨੂੰ ਮੈਨਚੈਸਟਰ ਆਫ ਪੰਜਾਬ ਵੀ ਕਿਹਾ ਜਾਂਦਾ ਹੈ। ਤਾਂ ਇਹ ਕੁਐਸਚਨ ਬਣ ਸਕਦਾ ਹੈ ਕਿ ਵਿਚ ਡਿਸਟ੍ਰਿਕਟ ਇਜ਼ ਕਾਲਡ ਮੈਨਚੈਸਟਰ ਆਫ ਪੰਜਾਬ, ਤਾਂ ਲੁਧਿਆਣਾ, ਰਾਈਟ। ਤਾਂ ਉਸ ਤੋਂ ਬਾਅਦ ਆ ਗਈ ਆਪਣੇ ਕੋਲੇ ਬੇਸਿਕ ਮੈਟਲ ਇੰਡਸਟਰੀ। ਤਾਂ ਕਿਹੜੀ ਇੰਡਸਟਰੀ ਕਿਹੜੇ ਡਿਸਟ੍ਰਿਕਟਸ ਦੇ ਵਿੱਚ ਹੈ, ਇਹ ਕੁਐਸਚਨ ਆ ਸਕਦਾ ਹੈ ਮੈਚ ਦਾ ਫੋਲੋਇੰਗ ਦੇ ਉਸ ਦੇ ਨਾਲ, ਰਾਈਟ। ਤਾਂ ਇਹ ਤੁਸੀਂ ਸਭ ਲਰਨ ਕਰਨਾ ਹੈ। ਬੇਸਿਕ ਮੈਟਲ ਇੰਡਸਟਰੀ ਪਾਈ ਜਾਂਦੀ ਹੈ ਨਾਭਾ, ਪਟਿਆਲਾ ਅਤੇ ਫਰੀਦਕੋਟ। ਬੇਸਿਕ ਮੈਟਲ ਇੰਡਸਟਰੀ ਦੇ ਵਿੱਚ ਕੀ ਹੁੰਦਾ ਹੈ, ਮਤਲਬ ਬੇਸਿਕ ਮੈਟਲ ਨੂੰ ਜੋ ਹੈ ਅੱਗੇ ਯੂਜ਼ਫੁਲ ਚੀਜ਼ਾਂ ਬਣਾਉਣੀਆਂ, ਜਿਵੇਂ ਕਿ ਮੈਟਲ ਸ਼ੀਟਸ ਦੀਆਂ ਅਲਮਾਰੀਆਂ ਬਣਾਤੀਆਂ ਜੋ ਕਿ ਯੂਜ਼ਫੁਲ ਹੈ, ਹੋਰ ਚੀਜ਼ਾਂ ਬਣਾ ਲੀਆਂ, ਠੀਕ ਹੈ। ਐਂਡ ਫੋਰਜਿੰਗ ਇੰਡਸਟਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਲੁਧਿਆਣਾ ਅਤੇ ਜਲੰਧਰ। ਹੁੰਦੀ ਕੀ ਹੈ ਇਹ ਫੋਰਜਿੰਗ ਇੰਡਸਟਰੀ? ਫੋਰਜਿੰਗ ਇੰਡਸਟਰੀ ਦੇ ਵਿੱਚ ਆਇਰਨ ਔਰ ਐਂਡ ਇਸ ਦੇ ਨਾਲ ਯੂਜ਼ ਕੀਤਾ ਜਾਂਦਾ ਹੈ ਕੋਕਿੰਗ ਕੋਲ। ਇਹਨਾਂ ਨੂੰ ਬਲਾਸਟ ਫਰਨੈਸ ਦੇ ਵਿੱਚ ਜਲਾਇਆ ਜਾਂਦਾ ਹੈ, ਠੀਕ ਹੈ। ਤਾਂ ਕੋਕਿੰਗ ਕੋਲ ਦੀ ਕੀ ਪ੍ਰੋਪਰਟੀ ਹੁੰਦੀ ਹੈ? ਕੋਕਿੰਗ ਕੋਲ ਕਿਉਂ ਯੂਜ਼ ਕੀਤਾ ਜਾਂਦਾ ਹੈ? ਕੋਕਿੰਗ ਕੋਲ ਇਸ ਲਈ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਜੋ ਕਾਰਬਨ ਦਾ ਕੰਟੈਂਟ ਹੁੰਦਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਐਂਡ ਇਸ ਦੀਆਂ ਜੋ ਇੰਪਿਉਰਿਟੀਜ਼ ਹੁੰਦੀਆਂ ਨੇ ਉਹ ਬਹੁਤ ਘੱਟ ਹੁੰਦੀਆਂ ਨੇ, ਰਾਈਟ। ਤਾਂ ਇੱਥੋਂ ਬਲਾਸਟ ਫਰਨੈਸ ਤੋਂ ਜੋ ਆਪਾਂ ਨੂੰ ਆਇਰਨ ਮਿਲੇਗੀ ਉਸ ਤੋਂ ਬਾਅਦ ਉਹ ਮੋਲਟਨ ਫਾਰਮ ਦੇ ਵਿੱਚ ਹੋਏਗੀ, ਠੀਕ ਹੈ। ਐਂਡ ਇਸ ਨੂੰ ਕਿਹਾ ਜਾਂਦਾ ਹੈ ਪਿਗ ਆਇਰਨ, ਠੀਕ ਹੈ। ਦਿਸ ਇਜ਼ ਕਾਲਡ ਪਿਗ ਆਇਰਨ। ਤਾਂ ਇਸ ਨੂੰ ਜੋ ਹੈ ਅੱਗੇ ਆਪਾਂ ਜਾਂ ਤਾਂ ਪ੍ਰੋਸੈਸ ਕਰ ਸਕਦੇ ਹਾਂ ਜਾਂ ਫਿਰ ਇਸ ਨੂੰ ਠੰਡਾ ਹੋਣ ਤੇ, ਆਫਕੋਰਸ ਠੰਡਾ ਹੋਣ ਤੇ ਇਸ ਨੂੰ ਜੋ ਹੈ ਵੱਖ-ਵੱਖ ਸ਼ੇਪਸ ਦੇ ਵਿੱਚ ਆਪਾਂ ਜੋ ਹੈ ਕਨਵਰਟ ਕਰ ਸਕਦੇ ਹਾਂ, ਜਿਵੇਂ ਕਿ ਰੋਲ ਕਰਕੇ ਇਸ ਦਾ ਜੋ ਹੈ ਸਰੀਆ ਬਣਾਤਾ। ਆਈ ਹੋਪ ਕਿ ਸਰੀਆ ਸਾਰਿਆਂ ਨੂੰ ਪਤਾ ਹੋਏਗਾ ਕਿ ਕੀ ਹੁੰਦਾ ਹੈ। ਸਰੀਆ ਬਣਾਤਾ, ਹੋਰ ਸ਼ੇਪਸ ਬਣਾ ਲੀਆਂ, ਠੀਕ ਹੈ। ਐਂਡ ਜਾਂ ਫਿਰ ਇਸ ਦੀ ਪ੍ਰੋਸੈਸਿੰਗ ਕਰਤੀ, ਮੋਲਟਨ ਆਇਰਨ ਜੋ ਹੈ ਇਸ ਦੀ ਮਤਲਬ ਇਸ ਨੂੰ ਠੰਡਾ ਹੋਣ ਤੇ ਇਸ ਦੀ ਪ੍ਰੋਸੈਸਿੰਗ ਕਰਤੀ। ਇਸ ਦੇ ਵਿੱਚ ਆਪਾਂ ਅਗਰ ਹੋਰ ਮੈਟਲਸ ਮਿਲਾ ਦਈਏ ਤਾਂ ਐਲੋਏ ਕੀ ਹੁੰਦਾ? ਸਭ ਤੋਂ ਪਹਿਲਾਂ ਐਲੋਏ ਹੁੰਦਾ ਮਿਕਸਚਰ ਆਫ 2 or more ਮੈਟਲਸ ਜਿਨ੍ਹਾਂ ਦੀਆਂ ਪ੍ਰੋਪਰਟੀਜ਼ ਬੇਸਿਕ ਮੈਟਲ ਦੇ ਨਾਲੋਂ ਡਿਫਰੈਂਟ ਹੁੰਦੀਆਂ ਨੇ, ਠੀਕ ਹੈ। ਅਗਰ ਆਪਾਂ ਇਸ ਮੋਲਟਨ ਆਇਰਨ ਦੇ ਵਿੱਚ ਕ੍ਰੋਮੀਅਮ ਮਿਲਾ ਦਈਏ, ਇਹ ਕ੍ਰੋਮੀਅਮ ਦਾ ਸਿੰਬਲ ਹੈ, ਐਂਡ ਨਿਕਲ ਐਂਡ ਟਾਈਟੇਨੀਅਮ ਮਿਲਾ ਦਈਏ, ਆਇਰਨ ਕ੍ਰੋਮੀਅਮ ਨਿਕਲ, ਇਹ ਕੀ ਅਲੋਏ ਬਣਾਉਣਗੇ ਇਹ ਮੈਟਲਸ? ਇਹ ਅਲੋਏ ਬਣੇਗਾ ਸਟੀਲ, ठीक है। तो इत्थों आपां नूं स्टील जो है मतलब मिल सकता है, मतलब आयरन की प्रोसैसिंग करके आपां स्टील बनाता। तो यह सब कुछ जो है फॉर्जिंग इंडस्ट्री दे विच कीता जांदा है,
ਰਾਈਟ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਹੈ ਆਪਣੇ ਕੋਲ ਇਲੈਕਟ੍ਰੋਨਿਕਸ ਇੰਡਸਟਰੀ। ਇਲੈਕਟ੍ਰੋਨਿਕਸ ਇੰਡਸਟਰੀ ਦੇ ਵਿੱਚ ਕੀ ਹੈ, SAS ਨਗਰ ਮੋਹਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਇਹ ਜੋ ਹੈ ਬੈਂਗਲੁਰੂ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਸੈਂਟਰ ਹੈ ਇਲੈਕਟ੍ਰੋਨਿਕਸ ਦਾ ਇੰਡੀਆ ਦੇ ਵਿੱਚ, ਐਂਡ ਇਸ ਨੂੰ ਇਲੈਕਟ੍ਰੋਨਿਕ ਹੱਬ ਦੇ ਨਾਲ ਵੀ ਜਾਣਿਆ ਜਾਂਦਾ ਹੈ, ਠੀਕ ਹੈ। ਬੈਂਗਲੁਰੂ ਤੋਂ ਬਾਅਦ ਇਸ ਦਾ ਨੰਬਰ ਆਉਂਦਾ ਹੈ। ਐਂਡ ਉਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ, ਸਟੀਲ ਟਾਊਨ ਆਫ ਪੰਜਾਬ, ਲੋਹਾ ਮੰਡੀ ਇਸ ਨੂੰ ਕਿਹਾ ਜਾਂਦਾ ਹੈ। ਲੋਹਾ ਮੰਡੀ, ਲੋਹਾ ਮੰਡੀ ਕਿਉਂ ਕਹਿੰਦੇ ਹਨ, ਕਿਉਂਕਿ ਇੱਥੇ ਜੋ ਹੈ ਆਇਰਨ ਦੇ ਨਾਲ ਸਟੀਲ ਦੇ ਨਾਲ ਜੋ ਇੰਡਸਟਰੀਜ਼ ਹਨ ਉਹ ਬਹੁਤ ਜ਼ਿਆਦਾ ਹਨ। ਕਰੀਬ 400 ਦੇ ਕਰੀਬ ਇੱਥੇ ਸਟੀਲ ਦੇ ਨਾਲ ਰਿਲੇਟਡ ਇੰਡਸਟਰੀਜ਼ ਹਨ, ਰਾਈਟ। ਸਟੀਲ ਦੇ ਨਾਲ ਅਤੇ ਸਟੀਲ ਦੀਆਂ ਇੰਡਸਟਰੀਜ਼ ਹਨ ਇੱਥੇ, ਰਾਈਟ। ਤਾਂ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ, ਇਸ ਨੂੰ 1977 ਦੇ ਵਿੱਚ ਕ੍ਰੀਏਟ ਕੀਤਾ ਗਿਆ। ਐਂਡ ਇਸ ਦਾ ਕੰਮ ਕੀ ਹੈ, ਜਿੰਨੇ ਵੀ ਇੰਜੀਨੀਅਰਿੰਗ ਐਂਡ ਨਾਨ ਇੰਜੀਨੀਅਰਿੰਗ ਟ੍ਰੇਡਸ ਹਨ ਉਸ ਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਦੇਣਾ ਇਸ ਦਾ ਕੰਮ ਹੈ, ਰਾਈਟ। ਐਂਡ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਿਟਿਡ ਦੀ ਗੱਲ ਕਰੀਏ ਤਾਂ 1962 ਦੇ ਵਿੱਚ ਇਸ ਨੂੰ ਬਣਾਇਆ ਗਿਆ ਤੇ ਸਮਾਲ ਸਕੇਲ ਇੰਡਸਟਰੀਜ਼ ਨੂੰ ਅਸਿਸਟ ਕਰਨਾ ਇਸ ਦੀ ਜ਼ਿੰਮੇਵਾਰੀ ਹੈ। ਤਾਂ ਇਹ ਤੁਸੀਂ ਰੀਡ ਕਰ ਸਕਦੇ ਹੋ, ਰਾਈਟ। ਨੈਕਸਟ ਆ ਗਿਆ ਆਪਣੇ ਕੋਲ ਪੰਜਾਬ ਫਾਈਨੈਂਸ਼ੀਅਲ ਕਾਰਪੋਰੇਸ਼ਨ। ਇਸ ਦਾ ਕੰਮ ਕੀ ਹੈ, ਜੋ ਵੀ ਮੀਡੀਅਮ ਅਤੇ ਸਮਾਲ ਸਕੇਲ ਇੰਡਸਟਰੀਜ਼ ਹਨ ਉਹਨਾਂ ਨੂੰ ਫਾਈਨੈਂਸ਼ੀਅਲ ਜੋ ਹੈ ਅਸਿਸਟੈਂਸ ਦੇਣਾ, ਉਹਨਾਂ ਨੂੰ ਲੋਨਸ ਵਗੈਰਾ ਪ੍ਰੋਵਾਈਡ ਕਰਨਾ ਤਾਂ ਕਿ ਉਹ ਡਿਵੈਲਪਡ ਹੋ ਸਕਣ, ਤਾਂ ਕਿ ਉਹ ਤਰੱਕੀ ਕਰ ਸਕਣ, ਰਾਈਟ। ਇਸ ਦੇ ਵਿੱਚ ਆ ਜਾਂਦੀ ਆਪਣੇ ਕੋਲ ਟੂਰਿਜ਼ਮ, ਹੈਲਥ, ਟਰਾਂਸਪੋਰਟ ਸਰਵਿਸ, ਇਨਫਰਾਸਟ੍ਰਕਚਰ ਐਂਡ ਐਗਰੋ, ਮਤਲਬ ਐਗਰੀਕਲਚਰ ਦੇ ਨਾਲ ਰਿਲੇਟਡ ਜੋ ਇੰਡਸਟਰੀਜ਼ ਹਨ, ਠੀਕ ਹੈ। ਤਾਂ ਪੰਜਾਬ ਦੀ ਦੇਖੋ ਲੈਂਡ ਫਰਟਾਈਲ ਹੈ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਕਰਕੇ ਆਏ ਹਾਂ, ਫਰਟਾਈਲ ਲੈਂਡ ਹੋਣ ਕਰਕੇ, ਐਂਡ ਕਲਾਈਮੇਟ ਵੀ ਕੀ ਹੈ, ਕਈ ਬਹੁਤ ਸਾਰੀਆਂ ਫਸਲਾਂ ਦੇ ਅਨੁਕੂਲ ਹੈ, ਜਿਸ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਜਿਵੇਂ ਕਿ ਆਪਾਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ, ਮੇਜਰ ਕ੍ਰੌਪਸ ਕਿਹੜੀਆਂ ਨੇ, ਚਾਵਲ, ਕਣਕ, ਬਾਜਰਾ ਅਤੇ ਮੱਕੀ। ਕਈ ਮਾਈਨਰ ਕ੍ਰੌਪਸ ਨੇ, ਠੀਕ ਹੈ, ਐਂਡ ਕਈ ਫੋਡਰ ਕ੍ਰੌਪਸ ਨੇ। ਆਈ ਹੋਪ ਕਿ ਇਹ ਤੁਸੀਂ ਪੜ੍ਹਿਆ ਹੋਏਗਾ, ਇਹ ਤੁਸੀਂ ਲਰਨ ਕਰ ਲਿਆ ਹੋਏਗਾ ਹੁਣ ਤੱਕ। ਤਾਂ ਇੱਥੇ ਜੋ ਹੈ ਪੰਜਾਬ ਦੇ ਵਿੱਚ ਇਹ ਸਭ ਕੁਝ ਬੀਜਿਆ ਜਾਂਦਾ ਹੈ, ਰਾਈਟ। ਐਂਡ ਇੰਡਸਟਰੀਜ਼ ਜਦੋਂ ਡਿਵੈਲਪ ਹੋਣਗੀਆਂ ਤਾਂ ਉਹ ਇੰਪਲੋਇਮੈਂਟ ਵੀ ਜਨਰੇਟ ਕਰਨਗੀਆਂ, ਠੀਕ ਹੈ। ਤਾਂ ਇੰਪਲੋਇਮੈਂਟ ਜਨਰੇਸ਼ਨ ਵਾਸਤੇ ਇਹ ਇੰਡਸਟਰੀਜ਼ ਜੋ ਹੈ ਬਹੁਤ ਅੱਛਾ ਜੋ ਹੈ ਸਾਬਿਤ ਹੁੰਦੀਆਂ ਨੇ, ਰਾਈਟ। ਉਸ ਤੋਂ ਬਾਅਦ ਹੈ ਪੰਜਾਬ ਨੂੰ 2 ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਤਾਂ ਕਿ ਪੰਜਾਬ ਦੀ ਹਰ ਡਿਸਟ੍ਰਿਕਟ ਇੰਡਸਟਰੀਜ਼ ਦੇ ਵਿੱਚ ਮਤਲਬ ਡਿਵੈਲਪਡ ਹੋ ਸਕੇ, ਇੰਡਸਟਰੀਅਲ ਡਿਵੈਲਪਮੈਂਟ ਹਰ ਡਿਸਟ੍ਰਿਕਟ ਦੇ ਵਿੱਚ ਹੋ ਸਕੇ। ਦੇਖੋ ਕਈ ਪੰਜਾਬ ਦੇ ਪਾਰਟਸ ਅਜਿਹੇ ਨੇ ਜਿੱਥੇ ਮਤਲਬ ਇੰਡਸਟਰੀਜ਼ ਬਹੁਤ ਜ਼ਿਆਦਾ ਡਿਵੈਲਪਡ ਹਨ, ਐਂਡ ਕਈ ਪਾਰਟਸ ਦੇ ਵਿੱਚ ਇੰਨੀ ਡਿਵੈਲਪਮੈਂਟ ਨਹੀਂ ਹੈਗੀ, ਉਹਨਾਂ ਦੇ ਅਲੱਗ-ਅਲੱਗ ਰੀਜ਼ਨਸ ਹਨ, ਰਾਈਟ। ਤਾਂ ਸਾਰੀ ਜੋ ਡਿਸਟ੍ਰਿਕਟਸ ਹਨ ਉਹਨਾਂ ਦੇ ਵਿੱਚ ਅੱਛੀ ਡਿਵੈਲਪਮੈਂਟ ਹੋ ਗਈ, ਇਸ ਕਰਕੇ ਪੰਜਾਬ ਨੂੰ 2 ਜ਼ੋਨਸ ਦੇ ਵਿੱਚ ਮਤਲਬ ਡਿਵਾਈਡ ਕੀਤਾ ਗਿਆ ਹੈ, ਠੀਕ ਹੈ। ਸਭ ਤੋਂ ਪਹਿਲੀ ਹੈ ਜ਼ੋਨ 1, ਜਿਸ ਦੇ ਵਿੱਚ ਲੈਸਰ ਡਿਵੈਲਪਡ ਏਰੀਆਜ਼ ਆਉਂਦੇ ਹਨ, ਠੀਕ ਹੈ, ਜਿੱਥੇ ਇੰਡਸਟਰੀਅਲ ਡਿਵੈਲਪਮੈਂਟ ਘੱਟ ਹੈ। ਇਹ ਕਿਹੜੇ-ਕਿਹੜੇ ਹਨ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਇਹ ਸਾਰੇ ਜ਼ਿਲ੍ਹੇ, ਠੀਕ ਹੈ। ਤੇ ਇਹਨਾਂ ਨੂੰ ਜੋ ਹੈ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਂਦੀ ਹੈ, ਰਾਈਟ। ਤਾਂ ਜੋ ਇੱਥੇ ਇੰਡਸਟਰੀਅਲ ਡਿਵੈਲਪਮੈਂਟ ਅੱਛੀ ਹੋ ਸਕੇ। ਤਾਂ ਜ਼ੋਨ 2 ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ, ਜਿੱਥੇ ਇੰਡਸਟਰੀਅਲ ਡਿਵੈਲਪਮੈਂਟ ਜੋ ਹੈ ਅੱਛੀ ਹੋ ਚੁੱਕੀ ਹੈ, ਜਿਵੇਂ ਕਿ ਆਪਣਾ ਆ ਗਿਆ ਮੋਹਾਲੀ ਆ ਗਿਆ, ਜਲੰਧਰ ਆ ਗਿਆ, ਲੁਧਿਆਣਾ ਆ ਗਿਆ, ਠੀਕ ਹੈ, ਐਂਡ ਨਵਾਂ ਸ਼ਹਿਰ ਆ ਗਿਆ, ਪਟਿਆਲਾ ਆ ਗਿਆ, ਠੀਕ ਹੈ। ਤਾਂ ਇਹ ਸਾਰੇ ਜੋ ਹੈ ਜ਼ੋਨ 2 ਦੇ ਵਿੱਚ ਆਪ ਇਹ ਕਵਰ ਕਰਦੇ ਹੈ, ਠੀਕ ਹੈ। ਤਾਂ ਨੈਕਸਟ ਆ ਗਿਆ ਆਪਣੇ ਕੋਲ ਐਨਰਜੀ ਰਿਸੋਰਸਿਸ। ਐਨਰਜੀ ਰਿਸੋਰਸਿਸ ਨੂੰ ਆਪਾਂ ਮਤਲਬ ਮੇਨ 2 ਟਾਈਪਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਕਿਹੜੇ-ਕਿਹੜੇ, ਕਨਵੈਨਸ਼ਨਲ ਸੋਰਸਿਸ ਆਫ ਐਨਰਜੀ ਐਂਡ ਨਾਨ ਕਨਵੈਨਸ਼ਨਲ ਐਨਰਜੀ ਰਿਸੋਰਸਿਸ। ਤਾਂ ਕਨਵੈਨਸ਼ਨਲ ਐਨਰਜੀ ਸੋਰਸਿਸ ਕਿਹੜੇ-ਕਿਹੜੇ ਹੁੰਦੇ ਹਨ, ਇਹ ਕਿਹੜੇ ਹੁੰਦੇ ਹਨ, ਇਹ ਯਾਦ ਰੱਖਣਾ ਹੈ। ਕਨਵੈਨਸ਼ਨਲ ਐਨਰਜੀ ਨੂੰ ਆਪਾਂ ਨਾਨ ਰੀਨਿਊਏਬਲ ਐਨਰਜੀ ਸੋਰਸਿਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਨਾਮ ਹੀ ਦੱਸ ਰਿਹਾ ਜੋ ਰਿਨਿਊ ਨਹੀਂ ਹੋ ਸਕਦੀ। ਕਨਵੈਨਸ਼ਨਲ ਐਨਰਜੀ ਕਿਹੜੇ-ਕਿਹੜੇ ਆ ਜਾਂਦੇ ਨੇ, ਪੈਟਰੋਲੀਅਮ, ਕੋਲ, ਇਲੈਕਟ੍ਰਿਸਿਟੀ, ਬਾਇਓਮਾਸ ਵਗੈਰਾ, ਠੀਕ ਹੈ। ਕਿਉਂਕਿ ਜੇ ਇਹ ਐਨਰਜੀ ਰਿਸੋਰਸਿਸ ਇੱਕ ਵਾਰ ਖਤਮ ਹੋ ਗਏ ਤਾਂ ਇਹਨਾਂ ਨੂੰ ਰਿਨਿਊ ਕਰਨਾ ਬਹੁਤ ਮਤਲਬ ਦੇ ਕੈਨ ਨਾਟ ਬੀ ਰਿਨਿਊਡ, ਇਹ ਰਿਨਿਊ ਨਹੀਂ ਹੋ ਸਕਦੇ, ਠੀਕ ਹੈ। ਮਤਲਬ ਕਿਉਂਕਿ ਇਹ ਜੋ ਹੈ ਫਾਰਮੇਸ਼ਨ ਦੇ ਵਿੱਚ, ਜਿਵੇਂ ਕੋਲ ਅਤੇ ਪੈਟਰੋਲੀਅਮ ਆਪਾਂ ਪੜ੍ਹਦੇ ਹਾਂ ਕਿ ਮਿਲੀਅਨਸ ਆਫ ਈਅਰਸ ਇਹਨਾਂ ਨੂੰ ਲੱਗ ਜਾਂਦੇ ਨੇ ਫਾਰਮੇਸ਼ਨ ਦੇ ਵਿੱਚ। ਤਾਂ ਐਟਲੀਸਟ ਆਪਣੇ ਲਾਈਫ ਟਾਈਮ ਦੇ ਵਿੱਚ ਤਾਂ ਜੇ ਇਹ ਅਗਰ ਇੱਕ ਵਾਰ ਖਤਮ ਹੋ ਗਏ ਤਾਂ ਐਟਲੀਸਟ ਆਪਣੇ ਟਾਈਮ ਦੇ ਵਿੱਚ ਤਾਂ ਇਹ ਦੁਬਾਰਾ ਰਿਨਿਊ ਨਹੀਂ ਹੋਣਗੇ, ਠੀਕ ਹੈ। ਤਾਂ ਇਸ ਲਈ ਇਹਨਾਂ ਨੂੰ ਜੋ ਹੈ ਵਾਈਜ਼ਲੀ ਯੂਜ਼ ਕਰਨ ਦੀ ਜ਼ਰੂਰਤ ਹੁੰਦੀ ਹੈ,
ठीक है। ਤਾਂ ਦੂਸਰੇ ਹਨ ਨੌਨ ਕਨਵੈਨਸ਼ਨਲ એનર્ਜੀ ਸੋਰਸਸ ਜਿਹੜੇ ਕਿ ਰੀਨਿਊਏਬਲ ਹੁੰਦੇ ਹਨ, ਜਿਵੇਂ ਕਿ ਆਪਣਾ ਸੋਲਰ એનર્ਜੀ ਕਦੇ ਖਤਮ ਹੋਏਗੀ ਨਹੀਂ ਹੋਏਗੀ, ਵਿੰਡ એનર્ਜੀ ਕਦੇ ਖਤਮ ਹੋਏਗੀ ਨਹੀਂ ਹੋਏਗੀ, ਥੀਸ ਕੈਨ ਬੀ ਰੀਨਿਊਡ, ਇਹ ਰੀਨਿਊਏਬਲ ਸੋਰਸਸ ਆਫ એનર્ਜੀ ਹਨ, ਰਾਈਟ। ਤਾਂ ਇਸ ਦੇ ਵਿੱਚ ਹਾਈਡਰੋ ਵੀ ਦਿੱਤਾ ਹੋਇਆ ਹੈ। ਵੈਸੇ ਤਾਂ ਆਪਾਂ ਕਹਿੰਦੇ ਹਾਂ ਕਿ ਪਾਣੀ ਜੋ ਹੈ ਖਤਮ ਹੋ ਜਾਏਗਾ, ਬਟ ਇੱਥੇ ਇਸ ਨੂੰ ਆਪਾਂ ਰੀਨਿਊਏਬਲ ਦੇ ਵਿੱਚ ਲਿਖਿਆ ਹੋਇਆ ਹੈ। ਦੋਨਾਂ ਗੱਲਾਂ ਦੇ ਵਿੱਚ ਫਰਕ ਹੈ। ਹਾਈਡਰੋ एनर्जी जो इत्थे ਦਿੱਤੀ ਹੋਈ है, देखो अर्थ जो है, अर्थ उत्ते 71% वाटर है, ठीक है। बारिश होएगी एंड पानी जाएगा, लेक ਦੇ ਵਿੱਚ ਜਾਏਗਾ, ਰਿਜ਼ਰਵਾਇਰਸ ਦੇ ਵਿੱਚ ਜਾਏਗਾ, ਸਮੁੰਦਰ ਦੇ ਵਿੱਚ ਜਾਏਗਾ, ਨਦੀਆਂ ਦੇ ਵਿੱਚ ਜਾਏਗਾ, ਦੁਬਾਰਾ ਉਹ ਇਵੈਪੋਰੇਟ ਹੋਏਗਾ, ਦੁਬਾਰਾ ਬਾਰਿਸ਼ ਹੋਏਗੀ। ਇਸ ਤਰ੍ਹਾਂ ਵਾਟਰ ਸਾਈਕਲ ਚੱਲਦਾ ਹੈ, ਇਹ ਆਪਾਂ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ, ਠੀਕ ਹੈ। ਤਾਂ ਮਤਲਬ ਪਾਣੀ ਜੋ ਹੈ ਉਹ 71% ਰਹੇਗਾ अर्थ ਤੇ, ਇਹ ਕਦੇ ਖਤਮ ਨਹੀਂ ਹੋਏਗਾ, ठीक है, कदे घटेगा ਵਧੇਗਾ नहीं, राइट। पर जो ਆਪਾਂ ਗੱਲ ਕਰਦੇ ਹਾਂ ਕਿ ਪਾਣੀ ਖਤਮ ਹੋਣ ਵਾਲਾ ਹੈ, ਉਹ ਆਪਾਂ ਗੱਲ ਕਰਦੇ ਹਾਂ ਫਰੈਸ਼ ਵਾਟਰ ਦੀ, ਜੋ ਆਪਾਂ ਪੀ ਸਕਦੇ ਹਾਂ, ठीक है, जो आप यूज़ कर सकते हैं अपने यूज़ दे लई, ठीक है। इसलिए फ्रैश वाटर नू वाइजली यूज़ करन दी, मतलब वेस्टेज उसकी नहीं करनी चाहिए, ठीक है। तो मतलब ये हाइड्रो एनर्जी जो है दिस इज़ रीन्यूएबल। आई होप कि इन्हां दे विच डिफरेंस तुहानू जो है समझ आ गया होएगा। तो उस तो बाद मेजर पावर प्लांट्स ऑफ द स्टेट आप डिस्कस करिए वन बाय वन। तो गुरु गोबिंद सिंह सुपर थर्मल पावर प्लांट रोपड़ के नेड़े घनौली पिंड है, उत्थे यह स्थित है। तो यह तुसी घनौली नाम याद रखना है। कोल बेस्ड पावर प्लांट है, कैपेसिटी है इसकी 1260 मैगावाट। रंजीत सागर डैम पहला भी पढ़ के आए हाँ। रंजीत सागर डैम केड़ी नदी ते स्थित है? आई होप कि ऑल ऑफ यू नो, रावी नदी ते यह स्थित है। एंड यह रंजीत सागर डैम जो है ये पंजाब दे महान सिख रूलर, पहले जो सिख रूलर सन पंजाब दे, जिन्हों ने पंजाब नू जो है पूरा संगठित राज बनाया। आई होप कि तुहानू पता होएगा महाराजा रणजीत सिंह दे नाम ते इसका नाम पिया सी, ठीक है। एंड यह डैम जो है यूटी ऑफ जम्मू एंड कश्मीर एंड पंजाब स्टेट के बॉर्डर ते स्थित बॉर्डर ते बनाया होया है, ठीक है। जम्मू कश्मीर का एक विलेज है थीन, ठीक है, उत्थे यह डैम बनाया होया है, इस करके इसनू थीन डैम का नाम भी दिंदे हन। तो यह आपां पहलां डिस्कस कर चुके हैं, थीन डैम रावी नदी के उत्ते, राइट। जो आपां रावी डिस्कस किया सी, दरिया जो डिस्कस किए थे तो उदों आपां यह पढ़िया सी। तलवंडी साबो पावर लिमिटेड, विलेज बनवाला, डिस्ट्रिक्ट मानसा, राइट। तलवंडी साबो इज इन मानसा। ना भाखड़ा डैम केड़ी दरिया ते बनाया हुआ है, ये तो सारिਆਂ ਨੂੰ पता होना चाहिए, बहुत बार कर चुके हैं, सतलुज ते, ठीक है। सतलुज ते यह डैम बनाया हुआ है। एंड यह जो है इसनू गोबिंद सागर जो है इसके रेजरवायर का नाम है, ठीक है। भाखड़ा डैम यह किहड़ियां स्टेट्स के विचकार आंदा है? पंजाब एंड हिमाचल प्रदेश। हिमाचल प्रदेश के बिलासपुर डिस्ट्रिक्ट ते यह बनाया हुआ है, डिस्ट्रिक्ट के विच, ठीक है। एंड भाखड़ा डैम दे ही डाउन स्ट्रीम एक होर डैम है जिसका नाम है नंगल डैम, ठीक है। तो नंगल डैम अते भाखड़ा डैम, वैसे ये दोनों अलग अलग डैम्स ने, पर बहुत बार इन्हों इकट्ठा ही नाम दिता जाता है, भाखड़ा नंगल डैम, ठीक है। एंड भाखड़ा डैम दे बारे पंडित जवाहरलाल नेहरू, श्री जवाहरलाल नेहरू जो कि पहले प्रधानमंत्री सन, उन्होंने इसनू की कहा सी? टैंपल ऑफ रिसर्जेंट इंडिया। उन्होंने भाखड़ा डैम नू यह कह के पुकारिया सी, टैंपल ऑफ रिसर्जेंट इंडिया, सॉरी रिसर्जेंट इंडिया का इस लिख लेना। तो इसका मीनिंग है कि इस डैम की जो फॉर्मेशन, इस डैम की जो मतलब बनाया गया सी, इसनू पंडित जवाहरलाल नेहरू ने इंडिया की प्रोग्रेस दे नाल जोड़िया सी, ठीक है। इंडिया के पुनर उत्थान दे नाल, इंडिया की उसारी दे नाल इसनू जोड़िया सी, राइट। नेक्स्ट है राजपुरा थर्मल पावर प्लांट, ठीक है। राजपुरा, भाखड़ा डैम गलती ना आ गया, राजपुरा थर्मल पावर प्लांट जो है ऑफ कोर्स कि यह राजपुरा दे विच है, पंजाब दे। एंड इत्थे जो है सुपर क्रिटिकल
ਟੈਕਨੋਲੋਜੀ यूज़ की जाती है। ये दूसरे पावर प्लांट्स नालों थोड़ा डिफरेंट है। इत्थे अलग तरह की टैक्नोलॉजी यूज़ की जाती है जिस दे विच बहुत हाई टैंपरेचर एंड बहुत हाई प्रैशर के उत्ते वाटर नूं रखा जाता है। ठीक है, उस टैंपरेचर नूं आपां कहने सुपर क्रिटिकल टैंपरेचर कितना हुंदा है 374 डिग्री सैल्सीयस एंड प्रैशर कितना हुंदा है 22 मैगा पास्कल। ठीक है, तो ये याद रखने की वैसे कोई ज़रूरत नहीं है। तो दिस इज़ सुपर क्रिटिकल टैंपरेचर एंड सुपर क्रिटिकल प्रैशर। इन्ने हाई टैंपरेचर अते प्रैशर ते जाके कोई भी फ्लूइड मतलब जब आप इत्थे वाटर की गल करते हाँ तो वाटर जो है इस टैंपरेचर ते प्रैशर ते ना ही लिक्विड हुंदा है ना ही पूरी तरह गैशियस स्टेट दे विच हुंदा है। वो दोनों स्टेट्स दे विच को एग्जिस्ट करता है। ठीक है, लिक्विड अते गैशियस स्टेट दे विच ते इत्थे इसनूं नाम दिता जाता है सुपर क्रिटिकल फ्लूइड दा। ठीक है, इस टैक्नोलॉजी दे नाल मतलब ये क्यों यूज़ की जाती है क्योंकि इस टैक्नोलॉजी दे नाल पोल्यूशन जो है वो बहुत घट जाता है, बहुत घट पोल्यूशन हुंदा है एंड ये बहुत एफिशिएंट प्रोसैस है। राइट, तो यह जो है कोल बेस्ड ही है। तो ये तुसीं याद रखना है कि सुपर क्रिटिकल टैक्नोलॉजी ते केड़ा पावर प्लांट बेस्ड है थर्मल प्लांट तो राजपुरा। ठीक है, उस बाद आ गया अपने को गोइंदवाल साहिब थर्मल पावर प्लांट तरन तारण दे विच है, कोल बेस्ड है। पंजाब एनर्जी डेवलपमेंट एजेंसी इस यह की है पंजाब एनर्जी डेवलपमेंट एजेंसी है तो जो एनर्जी मतलब कि प्रोग्राम्स हैं एनर्जी के जो प्रोजेक्ट्स हैं रिन्यूएबल एनर्जी प्रोजेक्ट्स हैं उन्होंने डिवेलपमेंट के लिए यह एजेंसी बनाई गई सी। ठीक है, 1991 दे विच इसनू बनाया गया सी। ठीक है, एंड रिन्यूएबल एनर्जी प्रोग्राम्स दी कंजरवेशन एंड इस दी जो है डेवलपमेंट की रिस्पोंसिबिलिटी इस एजेंसी दी सी। ठीक है, सो अज इन्ना ही। थैंक यू सो मच।